ਕਰਵੈ ਹਰ ਨਾਮਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੈ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਸੋਹੀ ਮਹੱਲਾ ਚੌਥਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦਿਰੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਿਰੜਾਇਆ ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵੇਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ ਸਹਿਜ ਆਨੰਦ ਹੋਵਾ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਇਹ ਚਾਰ ਲਾਵਾਂ ਦਰਜ ਹਨ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ 17 ਤਰੀਕ ਨੂੰ ਜੋ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਪਾਵਨ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ, ਉਸ ਉਪਲਕਸ਼ ਵਿੱਚ ਇਹ ਉਦਮ ਕੀਤਾ ਹੈ ਕਿ ਸਤਿਗੁਰੂ ਜੀ ਦੇ ਗੁਰਪੁਰਬ ਨੂੰ ਸਮਰਪਿਤ ਹੁੰਦਿਆਂ ਜੋ ਗੁਰੂ ਰਾਮਦਾਸ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਚਾਰ ਇਹ ਲਾਵਾਂ ਜੋ ਨੇ ਸਾਡੇ ਆਨੰਦ ਸੰਸਕਾਰ ਦਾ ਇਹ
ਧੁਰਾ ਹਨ ਸਾਡੇ ਗ੍ਰਸਥ ਜੀਵਨ ਦਾ ਇਹ ਦਰਵਾਜ਼ਾ ਹਨ, ਕਿਉਂਕਿ ਇਹਨਾਂ ਚਾਰ ਲਾਵਾਂ ਤੋਂ ਬਿਨਾਂ ਸਿੱਖ ਦਾ ਵਿਆਹ ਜਿਹੜਾ ਹੈ ਉਹ ਸੰਪੂਰਨ ਨਹੀਂ ਹੋ ਸਕਦਾ। ਵੱਖਰੇ ਵੱਖਰੇ ਨਾਮ ਹਨ, ਕੋਈ ਨਿਕਾਹ ਕਹਿੰਦਾ ਹੈ, ਕੋਈ ਵਿਆਹ ਕਹਿੰਦਾ ਹੈ, ਕੋਈ ਮੈਰਿਜ ਕਹਿੰਦਾ ਹੈ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪਰਿਕਰਮਾ ਕਰਦੇ ਹਾਂ, ਇਸ ਬਾਣੀ ਦੇ ਨਾਲ ਲਾਵਾਂ ਲੈਂਦੇ ਹਾਂ, ਫਿਰ ਸਾਡਾ ਆਨੰਦ ਕਾਰਜ ਹੁੰਦਾ ਹੈ। ਸੋ ਜਿੱਥੇ ਗ੍ਰਸਥ ਦੀ ਪ੍ਰਧਾਨਤਾ ਹੈ, ਉੱਥੇ ਇਹਨਾਂ ਲਾਵਾਂ ਦੀ ਸਿੱਖ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਅਹਿਮੀਅਤ ਹੈ। ਇਸੇ ਕਰਕੇ ਯਤਨ ਕੀਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇਸ ਚਾਰ ਲਾਵਾਂ ਦਾ ਜੋ ਪਾਠ ਹੈ, ਇਹਦੀ ਕਥਾ ਸੰਗਤ ਨੂੰ ਸਰਵਣ ਕਰਵਾਈ ਜਾਏ। ਸੋ ਅੱਜ ਇਹ ਲੜੀ ਆਰੰਭ ਹੁੰਦੀ ਹੈ। ਪਹਿਲੀ ਲਾਉ ਦੇ ਪਾਠ ਦੇ ਅਰਥ, ਭਾਵ ਅਰਥ ਔਰ ਗੁਰੂ ਰਾਮਦਾਸ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਹੈ, ਇਹ ਸਾਨੂੰ ਦ੍ਰਿੜ ਕਰਾਉਣਗੇ। ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਗੰਡੀ ਵਿੰਡ ਵਾਲੇ, ਜੋ ਹੈਡ ਗ੍ਰੰਥੀ ਸਾਹਿਬ ਹਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਲੜੀ ਦੀ ਆਰੰਭਤਾ ਕਰਨ। ਇਹ ਚਾਰ ਲਾਵਾਂ ਦਾ ਪਾਠ, ਇੱਕ ਇੱਕ ਲਾਮ ਦੀ ਕਥਾ ਰੋਜ਼ ਆਪਾਂ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਨਿਰੰਕਾਰੀ ਨਿਰੰਜਨੀ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 8ਵੇਂ ਜੋਤੀ ਸਰੂਪ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਬਾਰਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਹਾਜ਼ਰੀ ਲਗਵਾ ਰਹੇ ਔਰ ਟਾਈਮ ਟੀਵੀ ਚੈਨਲ ਦੇ ਜ਼ਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਵਿਚਾਰ ਸਰਵਣ ਕਰਨ ਵਾਸਤੇ ਆਪਣੇ ਘਰਾਂ ਵਿੱਚ ਬੈਠੇ ਹੋਏ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਅੱਜ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਤਨੇ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰ ਅਸਥਾਨ ਨੇ, ਤਿਨਾਂ ਦੇ ਵਿੱਚ ਅੱਜ ਤੋਂ ਲਾਵਾਂ ਦੇ ਪਾਠ ਦੀ ਵਿਆਖਿਆ ਵਿਚਾਰ ਆਰੰਭ ਕਰਨ ਦਾ ਇਰਾਦਾ ਬਣਾਇਆ ਔਰ ਸਤਿਗੁਰਾਂ ਦੀ ਇਹ ਮਹਾਨ ਬਖਸ਼ਿਸ਼ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀਆਂ ਗਈਆਂ ਚਾਰ ਲਾਵਾਂ ਦੇ ਪਾਠ ਦਾ ਪਹਿਲਾ ਬੰਦ, ਭਾਵ ਪਹਿਲੀ ਲਾਵ ਦਾ ਪਾਠ ਆਪ ਜੀ ਨੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੇ ਪਾਸੋਂ ਸਰਵਣ ਕੀਤਾ ਹੈ। ਸੋ ਇਸ ਮੁਬਾਰਕ ਬਾਣੀ ਦੇ ਸ਼ਬਦ ਸਾਂਝ ਕਰਨ ਤੋਂ ਪਹਿਲਾਂ ਸਾਨੂੰ ਸੰਖੇਪ ਦੇ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਪ੍ਰਥਾਏ ਔਰ ਉਹਨਾਂ ਦੀਆਂ ਘਾਲੀਆਂ ਹੋਈਆਂ ਘਾਲਣਾ ਦੇ ਬਾਰੇ ਜ਼ਿਕਰ ਕਰ ਲੈਣਾ, ਸਾਂਝ ਕਰ ਲੈਣੀ ਜ਼ਰੂਰੀ ਬਣਦੀ ਹੈ। ਚੂਨਾ ਮੰਡੀ ਲਾਹੌਰ ਦੇ ਵਸਨੀਕ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਪਰਮ ਸਨਮਾਨਯੋਗ ਬੀਬੀ ਅਨੂਪੀ ਜੀ ਦੀ ਕੁੱਖ ਤੋਂ ਸੰਨ 1534 ਦੇ ਵਿੱਚ ਜਗਤ ਦੇ ਚਾਨਣ ਮੁਨਾਰਾ ਬਣਨ ਵਾਲੇ ਬਾਲਕ ਨੇ ਜਨਮ ਲਿਆ, ਜਿਸ ਦਾ ਨਾਮ ਮਾਤਾ ਪਿਤਾ ਨੇ ਜੇਠਾ ਰੱਖਿਆ। ਅਜੇ ਛੋਟੀ ਆਜੂ ਸੀ, ਮਾਤਾ ਜੀ ਚਲਾਣਾ ਕਰ ਗਏ ਤੇ ਜਦੋਂ ਮਾਂ ਚਲਾਣਾ ਕਰ ਜਾਵੇ
ਅਸੀਂ ਸਮਾਜ ਵਿੱਚ ਵੇਖਦੇ ਹਾਂ, ਉਦੋਂ ਪਿਤਾ ਵੀ ਮਤਰੇਈ ਮਾਂ ਵਰਗਾ ਲੱਗਣ ਲੱਗ ਪੈਂਦਾ ਹੈ। ਧੰਨ ਸਨ ਬਾਬਾ ਹਰਦਾਸ ਜੀ, ਜਿਨ੍ਹਾਂ ਨੇ ਬੜਾ ਪਿਆਰ ਦੇ ਕੇ ਆਪਣੇ ਇਸ ਪੁੱਤਰ ਜੇਠਾ ਜੀ ਨੂੰ ਨਵਾਜਿਆ। ਜੋ ਪਰਮੇਸ਼ਰ ਨੂੰ ਮਨਜ਼ੂਰ ਸੀ ਉਸ ਦੇ ਮੁਤਾਬਕ ਅਜੇ ਭਾਈ ਜੇਠਾ ਜੀ ਦੀ ਆਜੂ 7 ਸਾਲ ਦੀ ਸੀ ਜਦੋਂ ਪਿਤਾ ਜੀ ਵੀ ਚਲਾਣਾ ਕਰ ਗਏ। ਜਿਸ ਵੇਲੇ ਮਾਂ-ਬਾਪ ਚਲਾਣਾ ਕਰ ਜਾਣ, ਉਸ ਬੱਚੇ ਦੀ ਅਵਸਥਾ ਜਾਂ ਜਿਸ ਨਾਲ ਇਹ ਘਟਨਾ ਵਾਪਰੀ ਹੋਵੇ ਉਸ ਨੂੰ ਉਹੀ ਜਾਣ ਸਕਦਾ ਹੈ। ਬਲਕਿ ਹਨੇਰੇ ਦੇ ਵਿੱਚ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਮੁਸ਼ਕਲਾਂ ਮੁਸੀਬਤਾਂ ਦੇ ਸਮੇਂ ਸਾਰੇ ਦੂਰ ਹੋ ਜਾਂਦੇ ਨੇ। ਉਸ ਵੇਲੇ ਬਜ਼ੁਰਗ ਨਾਨੀ ਮਾਂ ਬਾਲਕ ਜੇਠਾ ਜੀ ਨੂੰ ਲੈ ਕੇ ਆਪਣੇ ਨਗਰ ਬਾਸਰ ਕੇ ਗਿੱਲਾਂ, ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ, ਤਿੱਥੇ ਪਹੁੰਚੇ। ਔਰ ਇਹ ਨਗਰ ਜਿਹੜਾ ਸੀ ਬਾਸਰ ਕੇ ਗਿੱਲਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਗਰ ਸੀ। ਗੁਰੂ ਅੰਗਦ ਦੇ ਮਹਾਰਾਜ ਜੀ ਦੇ ਹੁਕਮ ਨੂੰ ਮੰਨ ਕੇ ਗੋਂਦੇ ਖੱਤਰੀ ਦੇ ਨਾਲ ਜਾ ਕੇ ਬਿਆਸ ਦਰਿਆ ਦੇ ਕੰਢੇ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਦਿਆਂ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਵਿਖੇ ਸਮੇਤ ਪਰਿਵਾਰਾਂ ਆਣ ਵਸੇ। ਔਰ ਇੱਥੇ ਹੀ ਉਹਨਾਂ ਨੇ ਸੰਗਤ ਤੇ ਪੰਗਤ ਦੀ ਪ੍ਰਥਾ ਜਿਹੜੀ ਸੀ ਆਰੰਭ ਕਰ ਦਿੱਤੀ। ਪਹਿਲਾ ਮਿਲਾਪ ਭਾਈ ਜੇਠਾ ਜੀ ਦਾ ਆਪਣੇ ਨਾਨਕੇ ਪਿੰਡ ਹੀ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਹੋਇਆ। ਭਾਵੇਂ ਕਿ ਉਸ ਸਮੇਂ ਅਜੇ ਉਹਨਾਂ ਨੂੰ ਗੁਰਿਆਈ ਦੀ ਦਾਤ ਜਿਹੜੀ ਸੀ ਉਹ ਪ੍ਰਾਪਤ ਨਹੀਂ ਸੀ ਹੋਈ। ਔਰ ਉਹਨਾਂ ਦੇ ਨਾਲ ਹੀ ਚਲੇ ਗਏ ਗੋਇੰਦਵਾਲ ਨਗਰ ਦੇ ਵਿੱਚ। ਆਪ ਜੀ ਨੇ ਬੜੀ ਸੇਵਾ, ਬੜਾ ਸਿਮਰਨ ਕੀਤਾ। ਇੰਨੀ ਘਾਲਣਾ ਘਾਲੀ ਕਿ ਗੁਰੂ ਜੀ ਦੇ ਹੁਕਮੀ ਸਿੱਖ ਬਣ ਗਏ। ਔਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਹੁਤ ਪ੍ਰਸੰਨ ਹੋ ਕੇ ਆਪਣੀ ਰੱਬੀ ਭਾਣੇ ਦੇ ਅੰਦਰ ਚੱਲਣ ਵਾਲੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਜਿਹੜਾ ਸੀ ਉਹ ਭਾਈ ਜੇਠਾ ਜੀ ਨਾਲ ਜੋੜ ਦਿੱਤਾ। ਔਰ ਗੁਰਮਤਿ ਮਰਿਆਦਾ ਦੇ ਅਨੁਸਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦਾ ਉਸ ਵੇਲੇ ਨਾਮ ਜੇਠਾ ਸੀ, ਬੀਬੀ ਭਾਨੀ ਜੀ ਦੇ ਨਾਲ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਸਵੀਕਾਰਦਿਆਂ ਆਪ ਜੀ ਨੇ ਸ੍ਰੀ ਅੰਮ੍ਰਿਤਸਰ ਦੀ ਮੋੜੀ ਗੱਡੀ ਚੱਕ ਰਾਮਦਾਸਪੁਰ ਦੀ, ਉਸ ਸਮੇਂ ਉਹਨਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਗਏ ਸਨ। ਕੇਂਦਰੀ ਸਥਾਨ ਬਣ ਗਿਆ ਸਿੱਖਾਂ ਦਾ। ਗੁਰੂ ਦੇ ਹੁਕਮ ਅਨੁਸਾਰੀ ਹੋ ਕੇ ਸੇਵਾ ਸਿਮਰਨ ਕਰਦਿਆਂ ਹੋਇਆਂ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਅਤ ਸਤਿਕਾਰਤ ਹੋ ਗਿਆ। ਜਿਵੇਂ ਅਸੀਂ ਭੱਟ ਜਣਾ ਦੇ ਸਵੰਜਾਂ ਵਿੱਚ ਪੜ੍ਹਦੇ ਹਾਂ, ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸਨ 1574 ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਦੇ ਵਾਰਿਸ ਭਾਈ ਜੇਠਾ ਜੀ ਨੂੰ ਬਣਾ ਦਿੱਤਾ। ਔਰ ਤਿੰਨਾਂ ਦਾ ਨਾਮ ਪਿਆ ਸ੍ਰੀ ਗੁਰੂ ਰਾਮਦਾਸ ਜੀ। ਹੁਣ ਜਦੋਂ ਅਸੀਂ ਉਹਨਾਂ ਦੇ ਬਚਪਨ ਦੀ ਗੱਲ ਕਰਦੇ ਹਾਂ, ਅੱਜ ਵਡਿਆਈ ਦੀ ਗੱਲ ਕਰਦੇ ਹਾਂ, ਤੇ ਸਤਿਗੁਰਾਂ ਨੇ ਕਿਹਾ ਸੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਭ ਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਉਹ ਗੁਰੂ ਰਾਮਦਾਸ ਮਹਾਰਾਜ ਜੀ ਸਮੁੱਚੀ ਮਾਨਵਤਾ ਦੇ ਚਾਨਣ ਮੁਨਾਰਾ ਬਣ ਗਏ। ਔਰ ਗੁਰੂ ਪਦਵੀ ਨੂੰ ਪ੍ਰਾਪਤ ਕਰਨ ਤੋਂ ਬਾਅਦ ਜਿਵੇਂ ਪਹਿਲਾਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ, ਵੱਡੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਸੇਵਾ ਸਿਮਰਨ ਕਰਦੇ ਸਨ, ਵੱਡੇ ਸਤਿਗੁਰਾਂ ਦੀ ਬਾਣੀ ਔਰ ਜੋ ਉਹਨਾਂ ਦੇ ਵੱਲੋਂ ਭਗਤ ਸਾਹਿਬਾਨ ਦੀ ਇਕੱਤਰ ਕੀਤੀ ਗਈ ਬਾਣੀ, ਉਸ ਨੂੰ ਬੜੇ ਪਿਆਰ ਸਤਿਕਾਰ ਦੇ ਸਹਿਤ ਪੜ੍ਹਦੇ ਔਰ ਵਿਚਾਰਦੇ। ਤੇ ਜਿਸ ਸ਼ਬਦ ਦੀ ਗੱਲ ਕੀਤੀ ਸੀ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਜੋ ਅੰਮ੍ਰਿਤਮਈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜਿਵੇਂ ਭਾਈ ਲਾਲੂ ਜੀ ਦੇ ਨਾਲ ਵਿਚਾਰ ਕਰਦਿਆਂ ਗੁਰੂ ਨਾਨਕ ਜੀ ਨੇ ਕਿਰਪਾ ਕੀਤੀ ਸੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜਾਂ ਪੰਜਵੇਂ ਸਰੂਪ ਦੇ ਵਿੱਚ ਵਿਚਰਦਿਆਂ ਹੋਇਆਂ ਗੁਰੂ ਨਾਨਕ ਦੀ ਜੋਤ ਪੰਜਵੇਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ, ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਜੋ ਗੁਰੂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਮੁਬਾਰਕ ਸ਼ਬਦ ਸਨ। ਇਸ ਅੰਮ੍ਰਿਤਮਈ ਬਾਣੀ ਦੀ ਵਡਿਆਈ ਕੀਤੀ ਜੋ ਆਪਾਂ ਹੁਣੇ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਮੰਗਲ ਰੂਪ ਦੇ ਵਿੱਚ ਸਰਵਣ ਕੀਤੀ ਸੀ। ਬਾਣੀ ਗੁਰੂ, ਗੁਰੂ ਹੈ ਬਾਣੀ,
विच बाणी अमृत सारे, गुर बाणी कहे सेवक जन माने, प्रतख गुरु निस्तारे। इन्हां ਉਹ शब्द की ਜਿਹੜੀ ਵਡਿਆਈ ਸੀ ਕਰਦੇ ਸਨ और ਨਾਲ ही ਸਿੱਖਾਂ ਨੂੰ इस अमृत बोलों की विलक्षणता तो जाणू करवाउंदे सन। इस महान बाणी की प्रथाएं अगे चल के विचार करांगे। चौथे पातशाह धन श्री गुरु रामदास महाराज जी ने बेअंत बाणी जिहड़ी है रचना की है। अत की निमरता वाले प्यारे बोल उन्हां दी अमृतमई बाणी दे विचों सानूं पढ़न सुनन वास्ते मिलते हैं, जिन्हां दे अंदर गुरु दे प्यार दे विच भिजी हुई आत्मा दूसरिਆਂ ਨੂੰ उपदेश दिंदियां होया समुचे सिख जगत ਨੂੰ। सिख कौन है? सिक्खी सिक्ख्या गुर विचार। जो गुरु के शब्दों ਨੂੰ पढ़दा सुनदा विचारदा ते अपने अमल विच लिआउंदा है वो सिख है। भावें वो किसी भी धर्म मजहब कौम नाल संबंधित होवे, जिहड़ा भी गुरु ग्रंथ साहिब महाराज जी की विचारधारा के मुताबिक जीवन बसर करता है वो सिख है। साबत सूर दस्तार सिरा जो खालसा पंथ की सिरजना समय मेरे पातशाह जी ने कृपा कर दी, होर वडियाई बख्शदिया होया ये हुक्म कर दिता जिसनों कवि जना ने कलमबंद किया, प्रथम रहत जे जान खंडे की पाहुल छके, सोई सिंह प्रधान अवर न पाउल जो लहे। धन श्री गुरु रामदास महाराज जी ने जिथे सानू गुरु नाल जुड़न का उपदेश दिता, उत्थे सानू समाज दे विच विचरदियां होया जिहड़ियां साडे समाज दे विच राह रीतियां दे विच गिरावट आ चुकी सी, उन्हां तो सुचेत करदियां होया उस दलदल दे विचों कढ़दियां होया जे असीं आनंद कारजां दी गल कर लईए, विआह दी गल कर लईए, उन्हां ने घोड़ियां सरलेख हेठ बाणी उचारण कीती और उन्हां ने एक सिख दी रहणी बारे साडे नाल गल कीती। गुर सतगुर का जो सिख अखावै सो भल के उठ हर नाम ध्यावै। असीं कई बार ये शब्द पढ़ते हाँ, गुर सतगुर का जो सिख अखाए सो भल के उठ हर नाम ध्यावै। असीं बहुत बार इस शब्द नूं पढ़िया। सिੱਖੀ की जीवन जांच है सारी दी सारी बाणी, परंतु जो श्री गुरु रामदास महाराज जी ने कृपा की है उन्हां दा अत्यंत सत्कार धन्नवाद करना आपां सारियां सिखां दा बनदा है। उन्होंने सिख जगत वास्ते जिवें किसी मजहब दे विच निकाह करन दी रस्म है, किसी दे विच जयमाला पाउण दी रस्म है, किसी ने उसनूं विआह मैरिज वख-वख नावां दे नाल जिहड़ा सी वो बुलाया है। साहिब श्री गुरु रामदास महाराज जी ने शब्द उचारण किया जिस दे अंदर 4 लावां दा पाठ है। अज सिख जगत इस बाणी नूं लावां दा पाठ कह के मान सत्कार दिंदा है। सो एक बेनती करनी जरूरी बनती है। सब तो विलक्षण और सब तो न्यारा है सिख धर्म का इतिहास और इसकी राहोरीत, इसकी मर्यादा। सिख जगत दे विच धन श्री गुरु ग्रंथ साहिब महाराज जी की हजूरी अंदर गृहस्थ विच प्रवेश करन तो पहला बच्चे नूं गुरु ग्रंथ साहिब जी दे लड़ लाया जाता है और ये लावां दा पाठ जिहड़ा है बच्चा और जिहड़े उन्हां दे परिवारक जां संबंधी हुंदे ने उन्हां नूं सरवण करवाया जावे ताकि गुरु दे आशे दे मुताबक जिवें सुरत दा शब्द नाल सुमेल होना, गुरु की लोड़ नूं बड़ी तीव्रता दे नाल प्राप्त करना, खिच होनी अपने प्यारे नाल मिलण वास्ते। कई बार असीं तर्कवादी होकर कह दिंदे हाँ कि लावां दा पाठ जिहड़ा है ये तां जीवात्मा ते परमात्मा दे विवाह की गल है और गुरु विचोला बनता है। ये सारियां गल्लां नूं असीं ख्याल विच रखदिआं होइआं अज दे समय की गल करन तो पहलां बेनती करां जिस वेले घर दे विच बच्ची पैदा हुंदी है ये साडे समाज दे विचों कुरीति दूर करन वास्ते, क्योंकि बच्चियां नूं मारिया जांदा सी जिवें अज भी जिहड़ा है मादा भ्रूण हत्या की जाती है। तो गुरु अमरदास महाराज जी के प्यारे बोल हैं, ब्राह्मण कैली घात कंजका अणचारी का तान फिटक फिटका कोड़ बदियां सदा सदा अभिमान।
गुरु का सिख जिहड़ा है वो कुड़ी मारनी है। इस गल नूं ख्याल विच रख लेना, क्योंकि गुरु अमरदास महाराज जी का हुक्म है। मैं दोबारा ये मुबारक पंक्तियां आपकी नज़र करा। ब्राह्मण कैड़ी घात कंजका अणचारी का तान फिटक फिटका कोड़ बदियां सदा सदा अभिमान। बच्ची का जन्म होया और बच्ची गुड्डियां पटोलियां दे नाल खेडण लग पई। आपां परिवारां विच वेखदे हैं बच्चे किड्डे लाड प्यार दे नाल कपड़े दे गुड्डियां पटोले बना के, खास करके जिहड़ियां बेटियां ने वो खेडदियां ने। बाबल के घर बेटड़ी बाली बाले ने, मेरे सतगुरां दा हुक्म है। यतन करांगा सतगुरां दी किरपा दे नाल ਸਾਹਿਬ श्री गुरु ग्रंथ साहिब महाराज जी की अमृतमयी बाणी का आसरा लेके आप जी नाल विचार साझे किए जाण। बाबल के घर बेटड़ी बाली बाले ने हो, ये मेरे सतगुरां का हुक्म है। जे लोड़े वर कामणी सतगुर सेवे ते, जिवें एक बालड़ी अपने बाबल के घर दे विच गुड्डियां पटोलियां दे नाल खेडदी है, इसे तरह असी संसारक जीव जिहड़े हाँ वो केवल खेडण मल्लण दे विच लगे हुए हैं। असी कह दिंदे हाँ ये जग मिठा अगला किन डिठा। जे असी अपने शौ दे नाल अपने मालिक दे नाल मिलना चाहते हाँ कि सानू कोई वर लवे, सानू अपनी कोई पत्नी बना लवे, तो सानू सतगुरां दी सेवा विच लग जाना चाहिए है। गुरु दे शब्द नूं सुनन वास्ते साडे मन दे विच एक खिच बन जानी चाहिए है। फिर जिवें जिवें वो बालड़ी किशोर आवाजू विच आउंदी है, जवान अवस्था विच आउंदी है, वो देखदी की है जिवें हार श्रृंगार करना एक इस्त्री दे वास्ते बहुता जरूरी नहीं, पर समझ लिया गया है हार श्रृंगार करन दे नाल सुंदरता विच वाधा हुंदा है। ये साडी बेसमझी है, क्योंकि जिड्डे सोहणे सानू मालक वाहिगुरू ने बनाया है उहदे तो वध के असीं कदे भी सोहणे नहीं बन सकते, चाहे वो मेरियां भैणां होण चाहे वो मेरे वीर होण। ये सारियां वास्ते है। सतगुरु गुरु ग्रंथ साहिब महाराज जी का हुक्म है साबत सूरत दस्तार सिरा। असी साबत सूरत होना है, सिर ते सोहणियां दस्तारां सजाउणियां, क्योंकि दस्तार साडी इज्जत है, ताज है। इस तरह भैणां दे सिर दे उपर लई गई चुन्नी जिहड़ी है ये उन्हां दी इज्जत है, ये उन्हां दा ताज है। और असी साबत सूरत होना है। हार श्रृंगार करदियां होइयां वेख के ये गल मैं जरूर कह देवां, मैडिकल साइंस के मुताबक जिवें वीर मेरे दाढ़ी केस जिहड़े ने वो कतल करवा देंदे ने झूठे विखावे विच लग के, उस तरह मेरियां भैणां जिहड़ियां बेसमझी दे विच उन्हां नूं कुछ भी ना मिले वो बरवट्टे कटा दिंदियां ने जां सिर दे वाल कटा दिंदियां ने। सब तो पहली गल मैडिकल साइंस के मुताबक, क्योंकि मैं पार्लर विच गया नहीं हाँ, ये भैणां नूं ज़्यादा पता होवेगा। जदों कल्ला कल्ला वाल जिहड़ा बरवट्टे तो पुट्टिया जांदा है ते कहा जांदा है तीसरी पीढ़ी दे विच आण के बच्चे जिहड़े अन्ने पैदा होणगे, उन्हां दी निगाह कमजोर होवेगी। अज भी आपां देखदे हां जमदियां सारी बच्चिआं नूं ऐनकां लग जांदियां, भविख दा अंदाजा असीं आपे ला लईए। और जिस वेले किसी भैण का पति चलाना कर जाता सी, विधवा हो जाती सी, ते सारियां भैणां उहनूं अपने विचकार बिठा लैंदियां सी। ਉਹਦੇ मत्थे तो चुन्नी फड़नी तो पछाण सुट देनी तो कह देना अज तो ये नखसमी हो गई है, ये विधवा हो गई है। इस वास्ते सिख समाज दे विच चुन्नी लैनी भैणां दे वास्ते जरूरी है, ये उन्हां दी इज्जत है। और केवल चुन्नी ही उतारी नहीं सी जांदी, नाल दी नाल की कीता जांदा है कि उसका सिर मुन्न दिता जांदा सी। अज भी कई साडियां स्टेटां दे विच विधवा हुई भैण दी धी दी सिर दे वालां दे विचों एक लट कट दी जाती है। एक सजा भी सी, एक तो पहला दुखी सी, दूसरी उन्होंने समाज ने सजा दे देनी। ये गल्लां उचित नहीं सी। अज असीं देखा देखी विच लग के अपने साबत सूरत नूं भन्न के बेईमान बनते जा रहे हैं। साबत सूरत रब दी भन्ने बेईमान, किसी दी मुछ कट देनी, किसी दी दाढ़ी कट देनी, ये उहदी बेइज्जती करनी हुंदा सी। असी कहना साडी पग का सवाल है, साडी दाढ़ी का सवाल है, साडी मुछ का सवाल है। ठीक साडे कुछ कलाकारां ने गाने गाए, पर वो गाने गाउण तक ही रह गए, उन्हां दा मूँह मत्था जिहड़ा सी ऐ रगड़ के मुन्निया होया है, बल्कि केवल उन्हां दे वास्ते पैसे गराउण दा एक साधन सी। मेरी गल लमेरी ना होवे।
ਕੁਆਰੀ ਬੇਟੀ ਨੇ ਵੇਖਿਆ ਮੇਰੀ ਭਰਜਾਈ ਜਾਂ ਮੇਰੀ ਮਾਂ ਜਾਂ ਰਿਸ਼ਤੇਦਾਰਾਂ ਦੇ ਵਿੱਚ ਸੁਹਾਗ ਭਾਗ ਵਾਲੀਆਂ ਇਸਤਰੀਆਂ ਸ਼ਿੰਗਾਰ ਕਰਦੀਆਂ ਨੇ, ਮੈਨੂੰ ਵੀ ਕਰ ਲੈਣਾ ਚਾਹੀਦਾ ਹੈ। ਉਸ ਜਵਾਨ ਲੜਕੀ ਨੇ ਹਾਰ ਸ਼ਿੰਗਾਰ ਕਰਨਾ ਸ਼ੁਰੂ ਕਰ ਲਿਆ ਸੁਹਾਗਣਾ ਦੀ ਤਰ੍ਹਾਂ। ਔਰ ਭਗਤ ਕਬੀਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਕਿਰਪਾ ਕਰਦੇ ਨੇ, ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ ਕਿਉ ਰਲੀਆਂ ਮਾਣੇ ਬਾਜ ਪਤਾਰਾ। ਉਹਨੇ ਸ਼ਿੰਗਾਰ ਤਾਂ ਕਰ ਲਿਆ ਸੁਹਾਗਣਾ ਵਾਲਾ, ਅਸੀਂ ਵਿਖਾਵਾ ਤੇ ਕਰ ਲਿਆ ਗੁਰਮੁਖਾਂ ਵਾਲਾ, ਪਰ ਸੱਚੀ ਗੱਲ ਹੈ ਅਜੇ ਅਸੀਂ ਗੁਰੂ ਵਾਲੇ ਨਹੀਂ ਬਣੇ। ਅਸੀਂ ਬਹੁਤੀ ਵਾਰ ਕਹਿ ਦਿੰਦੇ ਜੀ ਅਸੀਂ ਆਂਡਾ ਮੀਟ ਸ਼ਰਾਬ ਦੀ ਵਰਤੋਂ ਨਹੀਂ ਕਰਦੇ, ਫਿਰ ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਫਿਰ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨ ਦੀ ਕੀ ਲੋੜ ਹੈ, ਸਾਡਾ ਤਾਂ ਹਿਰਦਾ ਹੀ ਸ਼ੁੱਧ ਹੈ। ਇਹ ਸਾਡੀ ਬੇਸਮਝੀ ਹੈ। ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ ਕਿਉ ਰਲੀਆਂ ਮਾਣੇ ਬਾਜ ਪਤਾਰਾ, ਕਾਗ ਉਡਾਵਤ ਭੁਜਾ ਪਿਰਾਨੀ। ਪੁਰਾਣੇ ਸਮਿਆਂ ਦੀ ਇੱਕ ਰਵਾਇਤ ਸੀ, ਤਕਰੀਬਨ ਆਪਾਂ ਪਿੰਡਾਂ ਵਿੱਚੋਂ ਨਿਕਲ ਕੇ ਅੱਜ ਕੱਲ੍ਹ ਸ਼ਹਿਰੀ ਬਣੇ ਆ। ਤੇ ਜਿਹੜਾ ਕਾਂ ਨੂੰ ਬਨੇਰੇ ਤੋਂ ਉਡਾਉਣਾ, ਇੱਕ ਇਹਦਾ ਮਤਲਬ ਇਹ ਕੱਢ ਲੈਣਾ ਕਿ ਮੇਰੇ ਪੇਕਿਆਂ ਤੋਂ ਕੋਈ ਆਉਂਦਾ ਹੈ, ਦੂਜੇ ਪਾਸੇ ਕਹਿ ਰਹਿਣਾ ਕਿ ਮੇਰਾ ਪਤੀ ਆ ਰਿਹਾ ਹੈ ਕਿ ਨਹੀਂ। ਇੱਕ ਭਾਵਨਾ ਬਣੀ ਹੋਈ ਸੀ। ਇਹ ਜਿਹੜੀਆਂ ਭਾਵਨਾਵਾਂ ਹੈ ਉਹ ਆਪਣੇ ਆਪਣੇ ਅਕੀਦੇ ਦੇ ਨਾਲ ਜਾਂ ਅਸੀਂ ਆਪਣੇ ਸਮਾਜ ਦੇ ਵਿੱਚੋਂ ਲੈਂਦੇ ਹਾਂ। ਕਾਗ ਉਡਾਵਤ ਭੁਜਾ ਪਿਰਾਨੀ ਕਾਹੂ ਕਬੀਰ ਇਹ ਕਥਾ ਸਰਾਨੀ। ਹੁਣ ਕੁਆਰੀ ਲੜਕੀ ਨੇ ਸ਼ਿੰਗਾਰ ਤਾਂ ਕਰ ਲਿਆ ਹੈ, ਕਾਂ ਵੀ ਬਨੇਰੇ ਤੋਂ ਉਡਾ ਰਹੀ ਹੈ ਕਿ ਮੇਰਾ ਸ਼ੌਕ ਕਿਸ ਪਾਸੇ ਤੋਂ ਆਉਂਦਾ ਹੈ, ਤੇ ਕਾਵਾਂ ਨੂੰ ਉਡਾਉਂਦਿਆਂ ਉਡਾਉਂਦਿਆਂ ਬਾਹਾਂ ਦੇ ਵਿੱਚ ਦਰਦ ਹੀ ਹੋਇਆ ਹੈ, ਬਲਕਿ ਉਹ ਸੁਹਾਗ ਨੂੰ ਗ੍ਰਸਤ ਨੂੰ ਜਾਣ ਨਹੀਂ ਸਕਦੀ ਕਿ ਸੁਹਾਗਣ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ। ਫਿਰ ਜਿਵੇਂ ਜਿਵੇਂ ਪਿੰਡ ਦੇ ਵਿੱਚ ਬਰਾਤ ਆਈ ਕਿਸੇ ਧੀ ਭੈਣ ਦੀ, ਮਨ ਦੇ ਅੰਦਰ ਇੱਕ ਰੀਝ ਉੱਠੀ, ਚਾਅ ਉੱਠਿਆ, ਕਦੋਂ ਸਮਾਂ ਆਵੇਗਾ ਜਦੋਂ ਮੈਨੂੰ ਵੀ ਕੋਈ ਵਰ ਕੇ ਲੈ ਜਾਵੇ, ਜਦੋਂ ਮੈਨੂੰ ਵੀ ਮੇਰਾ ਪਤੀ ਕੋਈ ਆਣ ਕੇ ਮੇਰੇ ਨਾਲ ਫੇਰੇ ਲੈ ਕੇ ਮੈਨੂੰ ਲੈ ਜਾਵੇ। ਰੀਝ ਉੱਠੀ। ਕਈ ਵਾਰ ਸਾਡੇ ਮਨ ਵਿੱਚ ਇਹ ਤੀਬਰਤਾ ਬਣੀ, ਇੱਛਾ ਬਣੀ ਕਿ ਭਾਈ ਫਲਾਣੇ ਗੁਰਮੁਖ ਤੇ ਬੜੀ ਕਿਰਪਾ ਹੈ, ਬੜਾ ਨਿਤਨੇਮੀ ਹੈ, ਜਦੋਂ ਦਾ ਉਹਨੇ ਅੰਮ੍ਰਿਤ ਛਕ ਲਿਆ ਉਹਦਾ ਤੇ ਜੀਵਨ ਜਿਹੜਾ ਹੈ ਉਹ ਸਵਰਗ ਬਣ ਗਿਆ ਹੈ, ਉਹਦੇ ਤੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਆ ਗਈ ਹੈ। ਇਹ ਕਦੋਂ ਕਿਰਪਾ ਹੋਵੇਗੀ ਜਦੋਂ ਮੈਨੂੰ ਵੀ ਬਾਣੀ ਤੇ ਬਾਣੀ ਦੀ ਦਾਤ ਮਿਲੇਗੀ। ਰੀਝ ਪੈਦਾ ਹੋਈ। ਫਿਰ ਜਿਵੇਂ ਇਹ ਰੀਝ ਪੈਦਾ ਹੋਈ, ਉਹਦੇ ਜੀਵ ਨੇ ਤਰਲੇ ਲੈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿੱਚ ਆਈ। ਉਹ ਤਰਲੇ ਲੈਣ ਲੱਗ ਪਈ। ਜਿਵੇਂ ਜਿਵੇਂ ਇਹ ਜੀਵ ਰੂਪ ਇਸਤਰੀ ਜਿਹੜੀ ਸੀ ਉਹ ਪਤੀ ਦੀ ਤਲਾਸ਼ ਵਿੱਚ ਲੱਗੀ ਤੇ ਉਸ ਨੂੰ ਸਤ ਸੰਗੀਆਂ ਨੇ ਇਹ ਦੱਸ ਦਿੱਤਾ ਕਿ ਕੇਵਲ ਤੇ ਕੇਵਲ ਸਤਿਗੁਰੂ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਜੀਵਾਤਮਾ ਨੂੰ, ਜੋ ਕੁਆਰੀ ਜੀਵਾਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਇਸ ਜੀਵਾਤਮਾ ਨੂੰ ਪਰਮਾਤਮਾ ਦੇ ਪਤੀ ਬਣਾ ਸਕਦਾ ਹੈ, ਵਿਚੋਲਾ। ਜਿਵੇਂ ਅਸੀਂ ਸਮਾਜ ਦੇ ਵਿੱਚ ਵੇਖਦੇ ਹਾਂ, ਸਮਾਜਿਕ ਵਿਚੋਲੇ ਜਿਹੜੇ ਨੇ ਉਹ ਕਾਫੀ ਓਲਾ ਰੱਖ ਜਾਂਦੇ ਨੇ, ਵਿੱਚ ਓਲਾ ਵੀ ਸ਼ਬਦ ਵਰਤਿਆ ਜਾਂਦਾ ਹੈ, ਪਰ ਗੁਰੂ ਵਿੱਚ ਕਦੇ ਓਲਾ ਨਹੀਂ ਜੇ ਰੱਖਦਾ। ਜਿਹੜਾ ਉਸਤਾਦ ਆਪਣੇ ਸ਼ਾਗਿਰਦ ਦੇ ਕੋਲੋਂ ਕੋਈ ਘੁੰਡੀ ਰੱਖਦਾ ਹੈ, ਉਸਤਾਦ ਨਹੀਂ ਹੋ ਸਕਦਾ। ਉਹ ਕਦੇ ਉਸਤਾਦ ਨਹੀਂ ਹੋ ਸਕਦਾ, ਕਿਉਂਕਿ ਗਾਲ ਹਮੇਸ਼ਾ ਮਾਂ ਨੂੰ ਹੀ ਆਉਂਦੀ ਹੈ, ਗਾਲ ਹਮੇਸ਼ਾ ਉਸਤਾਦ ਨੂੰ ਹੀ ਆਉਂਦੀ ਹੈ। ਬੱਚੀ ਬੱਚੇ ਦਾ ਜੀਵਨ ਆਚਰਣ ਭਾਵੇਂ ਕਿਸੇ ਤਰ੍ਹਾਂ ਦਾ ਹੋਵੇ, ਮਾਂ ਬਾਪ ਦਾ ਕੋਈ ਦੋਸ਼ ਨਹੀਂ। ਗੁਰੂ ਜਿਹੜਾ ਉਹ ਕਿਸੇ ਪ੍ਰਕਾਰ ਦੀ ਘੁੰਡੀ ਨਹੀਂ ਰੱਖਦਾ। ਗੁਰੂ ਸੱਚ ਦਾ ਉਪਦੇਸ਼ ਦਿੰਦਾ ਹੈ, ਉਹ ਸਾਡੇ ਅੰਦਰ ਗਿਆਨ ਦਾ ਚਾਨਣ ਕਰਦਾ ਹੈ। ਜਿਵੇਂ ਇਹ ਗੱਲ ਸਮਝ ਦੇ ਵਿੱਚ ਪਈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਐਸੇ ਨੇ ਜਿਹੜੇ ਸਾਨੂੰ ਪਰਮੇਸ਼ਰ ਦੇ ਨਾਲ ਜੋੜ ਸਕਦੇ ਨੇ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ, ਸੌ ਪੇਵ ਕੜੇ ਸ਼ਉ ਸੇਵ ਤੋਂ ਸਹੁ ਰੜੇ ਸੁਖ ਵਸ, ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਉਹ ਫਿਰ ਗੁਰੂ ਦਾ ਸਿੱਖ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਇਹ ਵਿੱਚ ਵਿਚੋਲੇ ਬਣ ਜਾਂਦੇ ਨੇ। ਅਸੀਂ ਸ਼ਬਦ ਕਈ ਵਾਰ ਪੜ੍ਹਦੇ ਹਾਂ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਤੇ ਕਈ ਵਾਰ ਅਸੀਂ ਬੇਸਮਝ ਬੱਚਿਆਂ ਦੀ ਤਰ੍ਹਾਂ ਮਾਂ-ਬਾਪ ਨੂੰ ਇਗਨੋਰ ਕਰ ਦਿੰਦੇ ਹਾਂ। ਤਕਰੀਬਨ ਹੀ ਅੱਜ ਦੀ ਜਨਰੇਸ਼ਨ ਜਿਹੜੀ ਹੈ, ਨੌਜਵਾਨ ਪੀੜ੍ਹੀ ਹੈ, ਉਹ ਇਹ ਸਮਝਦੀ ਹੈ ਕਿ ਸਾਡਾ ਮਾਂ-ਬਾਪ ਜਿਹੜਾ ਹੈ ਉਹ ਪੁਰਾਣੇ ਸਮੇਂ ਦਾ ਹੈ, ਇਹ ਸਾਡੀਆਂ ਭਾਵਨਾਵਾਂ ਨੂੰ ਸਮਝਦਾ ਨਹੀਂ, ਅਸੀਂ ਜੋ ਫੈਸਲਾ ਲਵਾਂਗੇ ਉਹ ਸਹੀ ਹੋਵੇਗਾ।
ਤੇ ਜਦੋਂ ਮਾਂ-ਬਾਪ ਦੇ ਅਸੂਲਾਂ ਤੋਂ ਬਾਹਰ ਚਲੇ ਜਾਂਦੇ ਨੇ, ਉਹਨਾਂ ਦੀ ਅਕਲ ਨੂੰ ਪ੍ਰਾਪਤ ਕਰਨ ਦਾ ਯਤਨ ਨਹੀਂ ਕਰਦੇ, ਉਹ ਬੱਚੀਆਂ ਬੱਚੇ ਬੇਸ਼ੱਕ ਉਹਨੂੰ ਚਾਹੇ ਲਵ ਮੈਰਿਜ ਕਿਹਾ ਜਾਵੇ, ਮੈਂ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਮੁਖਾਲਫਤ ਕਰ ਰਿਹਾ ਹਾਂ, ਗੱਲ ਸਮਝਣ ਵਾਲੀ ਹੈ। ਆਪਣੀ ਮਰਜ਼ੀ ਦੇ ਨਾਲ ਢੂੰਡਿਆ ਹੋਇਆ ਵਰ ਅੱਜ ਤਕਰੀਬਨ 95% ਜਿਹੜੇ ਨੇ ਉਹ ਲਵ ਮੈਰਿਜਾਂ ਵਾਲੇ ਲੋਕਾਂ ਦੇ ਤਲਾਕ ਹੋ ਚੁੱਕੇ ਨੇ, ਘਰਾਂ ਵਿੱਚ ਕਲੇਸ਼ ਵਧੇ ਹੋਏ ਨੇ। ਜੇ ਕੋਈ ਵਿਚੋਲਾ ਹੁੰਦਾ, ਮਾਂ-ਬਾਪ ਦੀ ਸਹਿਮਤੀ ਹੁੰਦੀ, ਤੇ ਜੇ ਘਰ 'ਚ ਦੋ ਭਾਂਡੇ ਖੜਕਦੇ ਵੀ ਤੇ ਉਹ ਦੋਵਾਂ ਨੂੰ ਸਮਝਾ ਕੇ ਇੱਕ ਕਰ ਦਿੱਤਾ, ਅਸੀਂ ਆਪਣੀ ਮਰਜ਼ੀ ਕੀਤੀ। ਮੈਂ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਕਰਾਂ ਔਰ ਵੀਰਾਂ ਦੇ ਵੀ, ਜਿਸ ਮਾਂ-ਬਾਪ ਨੇ ਆਪਣੀ ਧੀ ਨੂੰ ਉਚੇਰਾ ਜੀਵਨ ਦੇਣ ਦੇ ਵਾਸਤੇ ਚੰਗੇ ਖਾਣ ਹਟਾਉਣ ਤੇ ਪੜ੍ਹਾਉਣ ਦਾ ਪ੍ਰਬੰਧ ਕੀਤਾ ਹੈ, ਉਹ ਮਾਂ-ਬਾਪ ਆਪਣੀ ਬੱਚੀ ਦੇ ਵਰ ਘਰ ਵਾਸਤੇ ਕਦੇ ਵੀ ਮਾੜਾ ਨਹੀਂ ਸੋਚੇਗਾ। ਇਹ ਸਮਝ ਲੈਣੀ ਚਾਹੀਦੀ ਹੈ ਗੱਲ। ਇਸੇ ਤਰ੍ਹਾਂ ਅਸੀਂ ਵੀ ਸਮਝ ਲਿਆ ਕਿ ਗੁਰੂ ਦੀ ਲੋੜ ਨਹੀਂ, ਸਾਨੂੰ ਆਪਣੀ ਮਰਜ਼ੀ ਦੇ ਨਾਲ ਰਿਸ਼ਤਾ ਜੋੜ ਲੈਣਾ ਚਾਹੀਦਾ ਹੈ। ਇਹ ਰਿਸ਼ਤਾ ਕਿਸੇ ਦਾ ਕਬਰ ਨਾਲ ਜੁੜ ਗਿਆ, ਕਿਸੇ ਦਾ ਮਜ਼ਾਰ ਨਾਲ ਜੁੜ ਗਿਆ, ਕਿਸੇ ਦਾ ਪਖੰਡੀਆਂ ਨਾਲ ਜੁੜ ਗਿਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਝਿਆ ਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡਾ ਵਰ ਘਰ ਢੂੰਡਦੇ ਨੇ, ਪਰਮੇਸ਼ਰ ਦਾ ਘਰ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰ ਕੇ ਕਬ ਬਸੀਠ। ਬਸੀਠ ਕਹਿੰਦੇ ਨੇ ਵਕੀਲ ਨੂੰ, ਵਿਚੋਲੇ ਨੂੰ। ਇਹ ਪਰਮੇਸ਼ਰ ਦੇ ਦਰਗਾਹ, ਪਰਮੇਸ਼ਰ ਦੇ ਘਰ ਦੇ ਵਿਚੋਲੇ ਬਣ ਜਾਂਦਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਔਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ ਹੈ, ਜੋ ਲਾਵਾਂ ਦਾ ਪਾਠ ਉਚਾਰਨ ਕੀਤਾ ਹੈ, ਇਸ ਦੇ ਅੰਦਰ ਵੀ ਐਸੀ ਮਹਾਨ ਕਿਰਪਾ ਕੀਤੀ ਹੋਈ ਹੈ। ਜੋ ਲਾਵਾਂ ਦਾ ਪਾਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 773 ਤੋਂ ਆਰੰਭ ਹੋ ਕੇ ਅੰਗ 774 ਦੇ ਉੱਪਰ ਸੰਪੰਨ ਹੁੰਦਾ ਹੈ। ਜੋ ਪਾਵਨ ਸ਼ਬਦ ਸੂਹੀ ਰਾਗ ਦੇ ਅੰਦਰ ਦਰਜ ਹੈ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਹਰ ਪਹਿਲੜੀ ਲਾਮ ਪਰ ਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਹੇ ਮੇਰੇ ਰਾਮ ਜੀਓ, ਮੈਂ ਤੁਹਾਡੇ ਤੋਂ ਬਲਹਾਰ ਜਾਂਦਾ ਹਾਂ। ਇੱਕ ਬੇਨਤੀ ਕਰ ਦੇਵਾਂ, ਆਦਤ ਬਣੀ ਹੋਈ ਹੈ। ਕਈ ਵਾਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਰਾਮ ਦੇ ਅਰਥ ਸ਼੍ਰੀ ਰਾਮਚੰਦਰ ਜੀ ਕਰ ਲੈਂਦੇ ਹਾਂ, ਤੇ ਜਾਂ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਵਾਸਤੇ ਲੱਗੇ ਹੋਏ ਨੇ, ਉਹ ਵੀ ਕਈ ਵਾਰ ਕਹਿ ਦਿੰਦੇ ਨੇ ਜੀ ਰਾਮ ਦਾ ਨਾਮ ਗੁਰਬਾਣੀ ਵਿੱਚ ਇੰਨੀ ਵਾਰ ਆਇਆ ਹੈ। ਔਰ ਜਿੱਥੇ ਸ਼੍ਰੀ ਰਾਮਚੰਦਰ ਜੀ ਦਾ ਨਾਮ ਆਇਆ ਹੈ, ਜੋ ਅਯੁੱਧਿਆ ਦੇ ਰਾਜੇ ਹੋਏ ਨੇ, ਉਹਨਾਂ ਦੀ ਸਪਸ਼ਟਤਾ ਜਿਹੜੀ ਹੈ ਸਾਖੀ ਰੂਪ ਦੇ ਵਿੱਚ ਉਹਨਾਂ ਦੇ ਜੀਵਨ ਦੀ ਉਦਾਹਰਨ ਦੇ ਕੇ ਸਤਿਗੁਰਾਂ ਨੇ ਗੁਰਬਾਣੀ ਅੰਦਰ ਸਮਝਾਇਆ ਹੈ। ਹੇ ਮੇਰੇ ਰਾਮ ਜੀਓ, ਰਾਮ ਦਾ ਅਰਥ ਜੋ ਰਮਿਆ ਹੋਇਆ ਹੈ, ਸਰਵ ਵਿਆਪਕ ਹੈ। ਜੋ ਸਰਵ ਵਿਆਪਕ ਰਾਮ ਹੈ, ਉਸ ਦੇ ਨਾਂ ਤੋਂ ਹੀ ਬੀਬੀ ਕੁਸ਼ਲਿਆ ਨੇ ਆਪਣੇ ਪੁੱਤਰ ਦਾ ਨਾਮ ਰਾਮ ਰੱਖਿਆ ਸੀ। ਜਿਵੇਂ ਅੱਜ ਵੀ ਕਈਆਂ ਨੇ ਆਪਣੇ ਬੱਚਿਆਂ ਦੇ ਨਾਂ ਨਾਨਕ ਜੀ ਔਰ ਨਾਨਕੀ ਰੱਖਿਆ ਹੋਇਆ ਹੈ, ਬਲਕਿ ਉਹ ਗੁਰੂ ਨਾਨਕ ਨਹੀਂ ਬਣ ਸਕਦੇ ਜਾਂ ਉਹ ਬੇਬੇ ਨਾਨਕੀ ਨਹੀਂ ਬਣ ਸਕਦੀ। ਜੋ ਰਮਿਆ ਹੋਇਆ ਰਾਮ ਵਾਹਿਗੁਰੂ ਅਕਾਲ ਪੁਰਖ ਹੈ। ਹੇ ਮੇਰੇ ਵਾਹਿਗੁਰੂ ਅਕਾਲ ਪੁਰਖ ਜੀਓ, ਹੇ ਮੇਰੇ ਰਾਮ ਜੀਓ, ਮੈਂ ਆਪ ਜੀ ਤੋਂ ਬਲਹਾਰਨੇ ਜਾਂਦਾ ਹਾਂ। ਕਿਉਂਕਿ ਇਹ ਸੋਹਣੀ ਲਾਮ ਹੈ, ਇਹ ਪਹਿਲੀ ਲਾਮ ਹੈ। ਹਰ ਪਹਿਲੜੀ ਲਾਮ ਪਰਵਿਰਤੀ, ਪਰਵਿਰਤੀ ਦਾ ਭਾਵ ਹੈ ਰੁੱਝ ਜਾਣਾ। ਆਪਣੇ ਮਾਲਕ ਨੂੰ ਮਿਲਣ ਵਾਸਤੇ ਮਨ ਦੇ ਅੰਦਰ ਤਾਂਘ ਪੈਦਾ ਹੋ ਜਾਣੀ। ਕਰਮ ਦਿਰੜਾਇਆ ਬਲਰਾਮ ਜੀਓ, ਕਰਮ ਬਖਸ਼ਿਸ਼ ਕੀ ਕਰਨਾ ਚਾਹੀਦਾ ਹੈ, ਇਹ ਗੁਰੂ ਨੇ ਸਾਡੇ ਹਿਰਦੇ ਦੇ ਅੰਦਰ ਪੱਕਿਆਂ ਕਰ ਦਿੱਤਾ। ਇਹ ਕਰਮ ਕੀ ਸੀ? ਪਰਮੇਸ਼ਰ ਦੇ ਨਾਮ ਨੂੰ ਜਪਣਾ, ਪਰਮੇਸ਼ਰ ਦੇ ਨਾਮ ਨੂੰ ਮੰਗਣਾ। ਅਸੀਂ ਜਦੋਂ ਵੀ ਗੁਰੂ ਦੇ ਕੋਲ ਜਾਂਦੇ ਹਾਂ, ਧੀਆਂ ਪੁੱਤਰਾਂ ਦੀ ਦਾਤ ਮੰਗਦੇ ਹਾਂ, ਵੱਡੀ ਉਮਰ ਦੀ ਦਾਤ ਮੰਗਦੇ ਹਾਂ, ਕਾਰੋਬਾਰਾਂ 'ਚ ਵਾਧੇ ਮੰਗਦੇ ਹਾਂ, ਪਰਿਵਾਰ ਦੀ ਚੜ੍ਹਦੀ ਕਲਾ ਮੰਗਦੇ ਹਾਂ। ਕੋਈ ਵਿਰਲਾ ਹੋਵੇਗਾ ਜਿਹੜਾ ਗੁਰੂ ਕੋਲ ਜਾ ਕੇ ਇਹ ਬੇਨਤੀ ਕਰਦਾ ਹੋਵੇ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮਾਣ ਮੰਗੂ ਤਾਣ ਮੰਗੂ ਧਨ ਲਖਮੀ ਸੁੱਤ ਦੇ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦਾ ਧਿਆਨ ਧਰ ਕੇ ਜੋ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਉਹ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ। ਅਸੀਂ ਨਾਮ ਦੀ ਦਾਤ ਮੰਗੀ ਹੈ। ਅੱਜ ਤੱਕ ਅਸੀਂ ਜਿੰਨਾ ਵੀ ਗੁਰੂ ਦੇ ਕੋਲੋਂ ਮੰਗਿਆ ਹੈ, ਸਾਨੂੰ ਪ੍ਰਾਪਤ ਹੋਇਆ ਹੈ।
पर याद रहे साडी भुख दूर नहीं हुई, साडे मन दे विचों तृष्णा दी अग खत्म नहीं हुई। ये किवें खत्म होनी सी? जे असीं जाके सतगुरां दे हजूर अर्ज करदे, विण तुद होर जे मंगणा, सिर दुखां के दुख, देहो नाम संतोखिया, उतरे मन की भुख। गुरु दे कोल जाके ये अर्ज कीती, ये बेनती कीती, क्योंकि सखियां ने दस्सिया सी और सखियां दे विच ये गल चली सी, आवो भैणे गल मिले अंक सहेलड़ियां, मिलके करे कहानियां समरथ कंतकियां। हर पहलड़ी लाम पर विरती, कर्म दृढ़ाया बलराम जीओ। गुरु ने पहला कर्म, पहली बख्शिश की कीती, पहला कारज की दस्सिया? कहते बाणी ब्रह्मा वेद, ਜਿਹੜੀ सतगुरु सच्चे पातशाह जी की उच्चारण की गई बाणी है। गुरु रामदास महाराज जी कह रहे हैं जो वड्डे सतगुरां की बाणी है, जां जो अमृत बोल भगत साहिबान की रसना तो उच्चारण किए सतगुरां ने एकत्र किए ने, ये भाई बाणी जिहड़ी है, बाणी गुरु, गुरु है बाणी, विच बाणी अमृत सारे, गुर बाणी कहे सेवक जन माने, प्रतख गुरु निस्तारे। गुरु का सिख जिहड़ा है उसने शब्द गुरु नाल जुड़ना है, गुरु की बाणी नाल जुड़ना है। कई बार साडे कुछ साखीकार जां जिहड़े गुरमत तो अणजाण ने, वो बोल देंदे ने कि गुरबाणी जिहड़ी ये वेदां दा सार है, ये सिमरतियां दा सार है। ये साडी बड़ी वड्डी भुल है। गुरु नूं असीं पुछ के देखीए तां गुरु स्पष्ट कर दिंदा है। मैं सतगुरां दे पावन बोल पहला भी साझे कीते सी, दोबारा दोहराउण दी गुस्ताखी चाहांगा। जैसी मैं आवे खसम की बाणी, गुरु नानक देव जी कह रहे हैं। ये नहीं कह रहे कि जिवें वेदां ने कहा, जिवें सिमरतियां जां पुराणां ने कहा है। जैसी मैं आवे खसम की बाणी, तैसड़ा करी ज्ञान में ला लो, जां हाँ आपों बोल ना जानदा, मैं कहिया सब हुक्म आओ जियो। मैनूं कुछ भी नहीं आउंदा, जो मेरा मालक हुक्म कर रहा है मैं उही आप जी दे नाल सांझ कर रहा हाँ, मानवता दे नाल। ये सतगुरां दे वचन ने। फिर इस गल तो स्पष्ट हो जाता है, धुर की बाणी आई तिन सगली चिंत मिटाई। ये धुर की बाणी है ना, ये वेदां सिमरतियां दा सार है। हाँ, ਜਿਹੜਾ कोई किसी धर्म नूं मजहब नूं मनण वाला सी, ਉਹਨੂੰ उपदेश देण वास्ते ਉਹਦੇ धार्मिक ग्रंथां दे, ਉਹਦੇ धार्मिक ग्रंथ दे पात्रां दे ਨਾਂ ਜਿਹੜੇ ने ਉਹ ਜ਼ਰੂਰ ਗੁਰਬਾਣੀ ਵਿੱਚ ਦੇ ਕੇ ਇਹ ਸਮਝਾਇਆ ਗਿਆ ਹੈ। परंतु गुरबाणी जिहड़ी है ये निरोल धुर की बाणी है, अकाली बाणी है। बाणी ब्रह्मा वेद, कहते ब्रह्मा जी ने 4 वेद उच्चारण किए, जां 4 वेद जिहड़े सन उन्होंने याद किया, उन्होंने प्रचारिया प्रसारिया। ते सिख जिहड़ा है वो हरेक धर्म मजहब के ग्रंथ पोथियां का सत्कार करता है, तो करना चाहिए भी है, भावें किसी भी धर्म मजहब नाल संबंधित हो। मेरे सतगुरां दा वचन है, वेद कतेब कहो मत झूठे, झूठा जोना विचारे। बल्कि गुरु का सिख जिहड़ा है वो दूसरे धार्मिक ग्रंथ जिहड़े ने उन्हां दा सत्कार करता है। कुछ विद्वान पुरखां दे पासों सिੱਖਿਆ सी, अज भी गुरु कृपा सदका दास दे घर दे विच कुरान मजीद भी है तर्जमे वाली, अहमदिया वीरां दी भी और मलेरकोटले वालियां दी भी। इस तरह हिंदू भाईचारे के धार्मिक ग्रंथ भी कोल ने, बाइबल भी कोल है, ईसाई मत की पवित्र पोथी। पढ़ना गुनाह नहीं है, चंगी गल है पढ़ना, सानू जानकारी होनी चाहिए है, ज्ञान मिलता है। परंतु इस गल नूं कदे भी इग्नोर नहीं करना चाहिए कि सिख दा गुरु केवल ते केवल धन श्री गुरु ग्रंथ साहिब है। गुरु ग्रंथ साहिब महाराज ही साडे वास्ते ब्रह्मा जी के उच्चारण किए हुए वेद ने। असीं ते गुरु ग्रंथ साहिब जी दे लड़ लगना है। कई बार असीं जपजी साहिब जी की बाणी जदों बड़े प्यार सत्कार ते विचार सहित पढ़ते हैं ना, तो गुरु नानक देव जी ने कृपा की है, गुरमुख नादं गुरमुख वेदं गुरमुख रहया समाई, गुर ईसर गुर गोरख ब्रह्मा गुर पार्वती माई। कि मेरा गुरु ही मेरे वास्ते शिव जी है, गुरु ही मेरे वास्ते ब्रह्मा है, गुरु ही मेरे वास्ते पार्वती माई है। बल्कि सिख जिहड़ा है वो गुरु ग्रंथ साहिब जी तो इलावा किसी दे अगे सिर नहीं झुकाउंदा। ठीक है, वो दूसरे धर्मां दे धार्मिक ग्रंथ पात्रां दा जो जीवन है उसनूं पढ़दा है और धार्मिक ग्रंथां दा सत्कार करता है, पर उहदा अकीदा उहदा निश्चा जिहड़ा केवल गुरु ग्रंथ साहिब जी दे उपर टिकिया होया है।
ਬਾਣੀ ਬ੍ਰਹਮ ਵੇਦ ਧਰਮ ਦ੍ਰਿੜ ਹੋ। ਗੁਰੂ ਕਹਿ ਰਿਹਾ ਹੈ, ਐ ਸਿੱਖਾ, ਜੇ ਤੂੰ ਚਾਹੁੰਦਾ ਹੈ ਕਿ ਮੇਰੀ ਜੀਵਾਤਮਾ ਦਾ ਪ੍ਰਮਾਤਮਾ ਦੇ ਨਾਲ ਵਿਵਾਹ ਹੋ ਜਾਵੇ, ਮੇਰੀ ਜੀਵਾਤਮਾ ਪ੍ਰਮਾਤਮਾ ਦੀ ਪਤਨੀ ਬਣ ਜਾਵੇ, ਫਿਰ ਇਸ ਗੱਲ ਨੂੰ ਯਾਦ ਕਰ, ਤੂੰ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ ਕਰ। ਤੇ ਜਿਵੇਂ ਜਿਵੇਂ ਤੂੰ ਸਿਮਰੇਗਾ, ਤਿਵੇਂ ਤਿਵੇਂ ਉਸ ਦੇ ਅੰਦਰ ਵੀ ਇੱਕ ਖਿੱਚ ਪੈਦਾ ਹੋਵੇਗੀ, ਇੱਕ ਦਿਨ ਉਹ ਤੈਨੂੰ ਵਰ ਲਵੇਗਾ। ਜਿਸ ਵੇਲੇ ਭਾਈ ਮਨਸੁਖ ਜੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਗਏ ਸਨ ਰਾਜਾ ਸ਼ਿਵਨਾਭ ਦੇ ਕੋਲ, ਤੇ ਗੁਰੂ ਦੇ ਸ਼ਬਦ ਸੁਣੇ ਸੀ ਤੇ ਉਹਦੇ ਮਨ ਦੇ ਅੰਦਰ ਇੱਕ ਇੱਛਾ ਪੈਦਾ ਹੋਈ ਸੀ, ਉਹ ਕਦੋਂ ਸਮਾਂ ਆਵੇਗਾ ਜਦੋਂ ਮੈਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਹੋਣ। ਐ ਗੁਰੂ ਕੇ ਸਿੱਖਾ, ਤੇਰਾ ਜੀਵਨ ਇੰਨਾ ਪਵਿੱਤਰ ਹੈ ਤੇ ਤੇਰਾ ਗੁਰੂ ਕਿੰਨਾ ਮਹਾਨ ਹੋਵੇਗਾ, ਮੈਨੂੰ ਦਰਸ਼ਨ ਕਰਵਾ ਦੇ। ਉਸ ਸਮੇਂ ਗੁਰੂ ਕੇ ਪਿਆਰੇ ਸਿੱਖ ਨੇ ਕਿਹਾ ਸੀ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬੋਲ ਨੇ, ਜਿਸ ਨੂੰ ਰਾਜਾ ਸ਼ਿਵਨਾਭ ਨੇ ਨੋਟ ਕੀਤਾ ਸੀ ਔਰ ਬੜੇ ਪਿਆਰ ਦੇ ਨਾਲ ਪੜ੍ਹਦਾ ਸੀ। ਉਹਦੀ ਭਾਵਨਾ, ਉਹਦੀ ਸ਼ਰਧਾ ਹੀ ਐਸੀ ਬਣਾ ਦਿੱਤੀ ਸੀ, ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬੋਲਾਂ ਨੂੰ ਪੜ੍ਹਿਆ ਕਰੋ, ਸਰਵਣ ਕਰਿਆ ਕਰੋ। ਇੱਕ ਦਿਨ ਆਵੇਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਖੁਦ ਆਣ ਕੇ ਆਪ ਜੀ ਨੂੰ ਦਰਸ਼ਨ ਦੇ ਕੇ ਨਵਾਜ਼ ਦੇਣਗੇ। ਤੇ ਇਸੇ ਤਰ੍ਹਾਂ ਇਤਿਹਾਸ ਦੇ ਵਿੱਚ ਹੋਇਆ। ਗੁਰੂ ਜਿਹੜਾ ਹੈ ਉਹ ਆਪਣੇ ਸਿੱਖ ਦੇ ਹਿਰਦੇ ਅੰਦਰ ਨਾਮ ਨੂੰ ਦ੍ਰਿੜ ਕਰਵਾਉਂਦਾ ਹੈ, ਪੱਕਿਆਂ ਕਰਵਾਉਂਦਾ ਹੈ। ਹਰ ਨਾਮੋ ਮੰਤਰ ਦ੍ਰਿੜਾਏਂਦਾ। ਗੁਰੂ ਇਹ ਨਹੀਂ ਕਹਿੰਦਾ ਕਿ ਤੂੰ ਮੇਰੇ ਚਰਨੀ ਜੁੜ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਲੱਖਣਤਾ ਹੈ, ਨਿਆਰਾਪਣ ਹੈ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਇੱਕ ਵੀ ਸ਼ਬਦ ਇਹੋ ਜਿਹਾ ਨਹੀਂ ਮਿਲੇਗਾ ਜਿੱਥੇ ਸਾਡੇ ਗੁਰੂ ਸਾਹਿਬਾਨ ਜਾਂ ਭੱਟ ਸਾਹਿਬਾਨ ਜਾਂ ਭਗਤ ਸਾਹਿਬਾਨ ਜਾਂ ਗੁਰਸਿੱਖਾਂ ਨੇ ਕਿਹਾ ਹੋਵੇ, ਐ ਸਿੱਖੋ ਤੁਸੀਂ ਸਾਡੇ ਚਰਨੀ ਲੱਗੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦਾ ਇੱਕ ਇੱਕ ਸ਼ਬਦ ਜੀਵ ਨੂੰ ਇੱਕ ਓੰਕਾਰ ਨਾਲ ਜੋੜਦਾ ਹੈ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ। ਗੁਰੂ ਸਾਡੇ ਹਉਮੈ ਦੇ ਰੋਗ ਨੂੰ ਕੱਟ ਦਿੰਦਾ ਹੈ, ਮੈਂ ਕਰਨ ਦੀ ਆਦਤ ਨੂੰ ਦੂਰ ਕਰ ਦਿੰਦਾ ਹੈ। ਜਦੋਂ ਅਸੀਂ ਨਾਮ ਜਪਣ ਲੱਗ ਪੈਂਦੇ ਹਾਂ, ਫਿਰ ਕੀ ਹੁੰਦਾ ਹੈ? ਪਾਪ ਤੇ ਜਾਇਆ ਬਲ ਰਾਮ ਜੀਓ। ਹੇ ਮੇਰੇ ਰਾਮ ਜੀਓ, ਮੈਂ ਬਲਹਾਰਨੇ ਜਾਂਦਾ ਹਾਂ। ਇਹ ਪਹਿਲੜੀ ਲਾਭ ਹੈ। ਗੁਰੂ ਨੇ ਕਿਰਪਾ ਕਰਕੇ ਨਾਮ ਹਿਰਦੇ ਦੇ ਵਿੱਚ ਦ੍ਰਿੜ ਕਰਵਾ ਦਿੱਤਾ ਹੈ, ਨਾਮ ਜਪਣ ਦੀ ਪ੍ਰੇਰਣਾ ਦਿੱਤੀ ਹੈ। ਔਰ ਇਹ ਨਾਮ ਜਪਣ ਦੀ ਦਿੱਤੀ ਹੋਈ ਪ੍ਰੇਰਣਾ ਦੇ ਨਾਲ ਕੀ ਹੋਇਆ? ਜਿਹੜੇ ਮਨ ਕਰਕੇ ਸਾਡੇ ਅੰਦਰ ਵਿਕਾਰ ਪੈਦਾ ਹੋਏ ਸਨ, ਵਿਕਾਰਾਂ ਦੀ ਕਾਲਖ ਪੈਦਾ ਹੋਈ ਸੀ, ਕਿਉਂਕਿ ਬੰਦਾ ਅਪਰਾਧ ਤਨ ਕਰਕੇ ਕਰਦਾ ਹੈ ਤੇ ਪਾਪ ਮਨ ਕਰਕੇ ਕਰਦਾ ਹੈ। ਜੋ ਅਸੀਂ ਤਨ ਦੇ ਨਾਲ ਇਲਜ਼ਾਮ ਦਿੰਦੇ ਹਾਂ ਉਹਨੂੰ ਅਪਰਾਧ ਕਿਹਾ ਜਾਂਦਾ ਹੈ, ਜੋ ਅਸੀਂ ਮਨ ਦੇ ਵਿੱਚ ਸੋਚਦੇ ਹਾਂ ਉਹਨੂੰ ਪਾਪ ਕਿਹਾ ਜਾਂਦਾ ਹੈ। ਬੇਸ਼ੱਕ ਅਸੀਂ ਕਹਿ ਦਿੰਦੇ ਹਾਂ ਕਿ ਮਨ ਸ਼ੁੱਧ ਹੋਣਾ ਚਾਹੀਦਾ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਬਾਣੀ ਪੜ੍ਹਨ ਦੀ ਲੋੜ ਹੈ। ਜਦੋਂ ਸਾਡੇ ਮਨ 'ਚ ਇਹ ਸਵਾਲ ਉੱਠੇ, ਉਸ ਵੇਲੇ ਤੁਰੰਤ ਸਾਨੂੰ ਅੰਤਰ ਆਤਮੇ ਸੁਰਤ ਜੋੜ ਕੇ ਗੁਰੂ ਦੇ ਸ਼ਬਦ ਨੂੰ ਚੇਤੇ ਵਿੱਚ ਰੱਖ ਕੇ ਵੇਖ ਲੈਣਾ ਚਾਹੀਦਾ ਹੈ ਕਿ ਮੈਂ ਪਾਪੀ ਹਾਂ ਜਾਂ ਪੁੰਨੀ ਹਾਂ। ਜੇ ਅਸੀਂ ਕਿਸੇ ਦਾ ਬੁਰਾ ਲੋਚਦੇ ਹਾਂ, ਕਿਸੇ ਦੇ ਪ੍ਰਤੀ ਸਾਡੇ ਮਨ ਦੇ ਅੰਦਰ ਚੁਗਲੀ, ਨਿੰਦਿਆ, ਬਖਤੋਈ ਕਰਨ ਦਾ ਖਿਆਲ ਪੈਦਾ ਹੁੰਦਾ ਹੈ, ਜੇ ਅਸੀਂ ਪਰ ਤਨ ਨੂੰ ਮੰਦੀ ਨਜ਼ਰ ਨਾਲ ਤੱਕਦੇ ਹਾਂ, ਮਾੜਾ ਸੋਚਦੇ ਹਾਂ, ਇਹ ਪਾਪ ਹੈ। ਗੁਰੂ ਕਿਰਪਾ ਕਰਕੇ ਆਪਣੇ ਅੰਮ੍ਰਿਤ ਬੋਲਾਂ ਦੇ ਨਾਲ ਸਾਡੇ ਮਨ ਨੂੰ ਸ਼ੁੱਧ ਕਰ ਦਿੰਦਾ ਹੈ, ਪਾਪਾਂ ਵਿਕਾਰਾਂ ਦੀ ਕਾਲਖ ਨੂੰ ਦੂਰ ਕਰ ਦਿੰਦਾ ਹੈ। ਧਰਮ ਦ੍ਰਿੜੋ ਹਰ ਨਾਮ ਧਿਆਵੋ। ਗੁਰੂ ਉਪਦੇਸ਼ ਦਿੰਦਾ ਹੈ ਕਿ ਜੋ ਧਰਮ ਹੈ, ਜੋ ਫਰਜ਼ ਹੈ, ਜੋ ਜੀਵਨ ਦਾ ਅਕੀਦਾ ਹੈ, ਉਸ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਨਾ ਹੈ, ਬਲਕਿ ਭਟਕਣਾ ਨਹੀਂ। ਅੱਜ ਕੀ ਕਰਦੇ ਹਾਂ? ਅਸੀਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਦਰਸ਼ਨ ਕਰਨ ਜਾਂਦੇ ਹਾਂ, ਨਮਸਕਾਰ ਕਰਨ ਜਾਂਦੇ ਹਾਂ, ਅਰਦਾਸ ਵੀ ਕਰਦੇ ਹਾਂ, ਔਰ ਫਿਰ ਵੇਖ ਲੈਂਦੇ ਹਾਂ ਕਿ ਐਤਵਾਰ ਨੂੰ ਕਿਹੜੀ ਕਬਰ ਦੇ ਉੱਪਰ ਮਿੱਠੇ ਚੌਲਾਂ ਦੀ ਦੇਗ ਵੰਡਣੀ ਹੈ, ਅੱਜ ਕਿਹੜੀ ਮਜ਼ਾਰ ਤੇ ਜਾ ਕੇ ਅਸੀਂ ਦੀਵਾ ਜਗਾਉਣਾ ਹੈ, ਅੱਜ ਕਿਹੜੇ ਬਾਬੇ ਨੇ ਚੌਂਕੀ ਦੇਣੀ ਹੈ ਜਿਹਦੇ ਕੋਲੋਂ ਅਸੀਂ ਜਲ ਤੇ ਫੂਕਾਂ ਮਰਾ ਕੇ ਲਿਆਉਣੀਆਂ। ਪਿਆਰਿਓ, ਇਹ ਗੁਰੂ ਕਾ ਸਿੱਖ ਜਿਹੜਾ ਉਹ ਐਸੀਆਂ ਕੁਰੀਤੀਆਂ ਨਹੀਂ ਜੇ ਕਰਦਾ। ਉਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਖੇ ਲੱਗਦਾ ਹੈ। ਜੋ ਗੁਰੂ ਕਹਿੰਦਾ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਪਰ ਸੱਚ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਪਰ ਗੁਰੂ ਦੀ ਗੱਲ ਨੂੰ ਨਹੀਂ ਮੰਨਦੇ। ਇੱਕ ਜਣੇ ਦੀ ਗੱਲ ਨਹੀਂ, ਤੁਹਾਡੀ ਤੇ ਮੇਰੀ, ਆਪਾਂ ਸਾਰਿਆਂ ਦੀ ਹੈ। ਜੇ ਅਸੀਂ ਗੁਰੂ ਦੀ ਗੱਲ ਨੂੰ ਮੰਨੀਏ ਤੇ ਗੁਰੂ ਨਾਮ ਨੂੰ ਦ੍ਰਿੜ ਕਰਵਾਉਂਦਾ ਹੈ, ਹਿਰਦੇ ਵਿੱਚ ਪੱਕਿਆਂ ਕਰਦਾ ਹੈ। ਧਰਮ ਦ੍ਰਿੜੋ ਹਰ ਨਾਮ ਧਿਆਵੋ। ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਹੀ ਧਿਆਵੋ, ਭਾਵ ਸਿਮਰੋ। ਜਿਵੇਂ ਅਸੀਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਚੇਤੇ ਕਰਨਾ, ਉਰਦੂ ਫਾਰਸੀ ਵਿੱਚ ਕਹਿ ਦਿੰਦੇ ਹਾਂ ਯਾਦ ਕਰਨਾ,
और संस्कृत विच कह दिंदे आ सिमरन करना, बल्कि हर वेले सिमरन करना, रब नूं चेते विच रखना। एक जाप है जो असीं रसना करके करते हैं, चाहे पाठ करते होइए, चाहे वाहिगुरू गुरमंत्र का जाप करते होइए, बड़ी चंगी गल। पर याद रख लेना सिमरन की है, जो गुरु ने सानू उपदेश दिता है उन्होंने चेते विच रखना कि मेरे गुरु ने कहा है कि निंदा भली काहू कि ना ही मन मुख मुग्ध करन। मेरे गुरु ने सानू किसी की निंदा करन तो रोकिया है, मैं निंदा नहीं करनी। चुगल निंदक भुखे रुल मुए, इन्हां हथ ना कथाऊं पाए। मेरे गुरु ने चुगली करन तो, किसी की निंदा करन तो वर्जिया है, भाई मैं ये काम नहीं करना। इनू कहते सी याद करना। गुरु दे बचनां नूं हर वेले चेते विच रखना कि चोर की हामा भरे ना कोई, चोर की आ चंगा क्यों होए। कि मैं चोरी कर लगा हाँ, भावें अपने ऑफिस दे विचों पैन ही चुक के अपनी जेब नाल अड़ा लिया होवे, मेरे गुरु ने कहा है कि चोर की कोई हामी नहीं भरदा, ये काम चंगा नहीं है, मैं चोरी नहीं करनी। हुण गुरु का शब्द जिहड़ा सी वो साडे सिमरन विच आ गया, साडी याद विच आ गया। इस ढंग दे नाल असीं पाप अपराध दोहां तो मुक्त हो गए। ना असीं तन दे नाल अपराध ही कीता, ना असीं मन दे विच पाप ही सोचिया, पाप ही कीता है। इस तरह गुरु साडे तन दे रोग और मन दे सोग जिहड़े ने वो दूर कर दिंदा है। धर्म दृढ़ हो हर नाम ध्यावो, सिमरत नाम दृढ़ाया। जब असीं सनातनी मत नूं पढ़दे हां ते इन्हां दे पवित्र धार्मिक जो ग्रंथ पोथियां ने, जिवें 4 वेद हो गए, 18 पुराण हो गए, 27 सिमरतियां हो गईयां, उपनिषद हो गए। सिमरतियां की सी, जिवें अपने वड्डे वडेरियां तो सुनिया उन्हां चंगियां विचारां नूं एक थां ते एकत्र कर लेना। और गुरु का सिख जिहड़ा है वो अमृतमयी गुरबाणी नूं सिमरती जानदा है। ये मेरे गुरु दे बोल ने। मेरे गुरु ने जिवें अकाल पुरख की आवाज़ नूं सुनिया, जिवें गुरु ने ज्ञान का चानण कीता, वो शब्द जिहड़े ने, शब्द जिन्हां दीयां किरणां नूं प्राप्त करके गुरु का सिख अपने हिरदे विचों अज्ञानता नूं खत्म करता है। गुरु के सिख नूं ना वेद पढ़न की जरूरत है, ना पुराण पढ़न की जरूरत है, ना सिमरतियां। ज्ञान वास्ते पढ़ लेना माड़ी गल नहीं है, पर सिर हमेशा जिहड़ा है वो गुरु ग्रंथ साहब अगे झुकदा है। उसकी शरधा, उसका यकीन, उसका भरोसा इस तरह का होना चाहिए है। गुरु ने किरपा करके सानू गुरु दे नाल जोड़ दिता, जिवें कलगीधर पातशाह जी ने हुक्म कर दिता, आग्या भई अकाल की तबे चलायो पंथ, सब सिखण को हुक्म है गुरु मान्यो ग्रंथ। असी केवल ते केवल गुरु ग्रंथ साहब महाराज जी नूं गुरु मनना है। सतगुर गुर पूरा आराधो, सब किलविख पाप गवाया। हुण देखो, जिस बाणी की आपां विचार कर रहे हाँ, अज सिख भाईचारे दे विच आनंद कारज की प्रथा जिहड़ी है उसनूं अपनाया होया है। जदों असी इतिहासक पिछोकड़ देखते हैं, गुरबाणी पाठ दर्शन के अंदर अंकित है कि गुरु नानक देव महाराज जी ने जिवें जनेऊ पहनण तो इनकार कर दिता सी, इसे ही तरह जदों वो माता सुलखणी जी नूं वरण वास्ते गए तो उन्होंने अग्नि ते बेदी दे नाल फेरे लैण तो इनकार कर दिता सी। ये गल नूं जिहड़ा पंडित प्रोत सन उन्हां नूं हजम ना हुई और उन्होंने बड़ी चलाकी दे नाल यतन किया कि जिस कंध की छावें मेरे सतगुरु गुरु नानक देव महाराज जी का पलंगा डट्ठा होया सी, उन्हां दे उपर कंध डगाउण का यतन किया कि पहला इन्होंने जनेऊ नहीं पहनिया, अज ये अग्नि ते बेदी नाल फेरे लैण तो इनकार कर रहे हैं, क्यों ना होवे इन्हां नूं खत्म कर दिता जाए। एक सियाणी माई ने आण के गल कही हुई सी, परंतु मेरे सतगुरु जी कहते सी, माता जी ये जुगा जुगंतरां तक कंध रहण वाली है, अज भी बटाले की धरती ते गुरुद्वारा कंध साहिब सुभायमान है। और श्री गुरु नानक देव महाराज जी के परथाए दसिया जाता, उन्हें एक फट्टी के उपर मूल मंत्र का पाठ लिख के उसदियां परिक्रमा करके आनंद बवा किया सी। गुरु अंगद देव महाराज जी जिस वेले गुरु नानक जी की चरण शरण में आए, वो गृहस्थ में प्रवेश हो चुके सन। इसे ही तरह जो गुरु अमरदास महाराज जी गुरु अंगद देव जी की चरण शरण में आए, उस समय वो भी गृहस्थी सन और उन्होंने बाल बच्चा से। साहिब श्री गुरु रामदास महाराज जी का
ਆਨੰਦ ਵਿਵਾਹ श्री हरि कृष्ण प्यारे